ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਦੀਆਂ ਤੇ ਭਗਵੰਤ ਸਿੰਘ ਮਾਨ ਦੀਆਂ ਮੁੱਖ ਮੰਤਰੀ ਪੰਜਾਬ ਦੀਆਂ ਲਗਾਤਾਰ ਮੁਸ਼ਕਲਾਂ ਦੇ ਵਿੱਚ ਵਾਧਾ ਜਿਹੜਾ ਉਹ ਹੁੰਦਾ ਜਾ ਰਿਹਾ, ਲਗਾਤਾਰ ਮੁਸ਼ਕਲਾਤਾਂ ਦੇ ਵਿੱਚ ਘਿਰਦੀ ਜਾ ਰਹੀ ਹੈ। ਇੱਕ ਪਾਸੇ ਐਨਜੀਟੀ ਦੇ ਵੱਲੋਂ 2000 ਕਰੋੜ ਦਾ ਪੰਜਾਬ ਸਰਕਾਰ ਨੂੰ ਜੁਰਮਾਨਾ ਕਰ ਦਿੱਤਾ ਗਿਆ। ਉਹਦੇ ਵਿੱਚ ਹੁਣ ਕੀ ਬਣੂਗਾ ਤੇ ਗਲਤੀ ਕਿਹਦੀ ਉਹਦੇ ਵਿੱਚ ਮੰਨੀ ਜਾਵੇ, ਉਸ ਤੇ ਜਿਹੜੀ ਗੱਲਬਾਤ ਕਰਾਂਗੇ। ਤਾਂ ਉਧਰ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਜਿਹੜੀ ਹੈ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਜਿਹੜਾ ਇੱਕ ਸੈਸ਼ਨ ਬਣਾਉਣ ਤੇ ਅੜੀ ਹੋਈ ਹੈ। ਪਹਿਲਾਂ ਰੱਦ ਕਰ ਦਿੱਤਾ ਗਿਆ, ਹੁਣ ਦੁਬਾਰਾ ਸੈਸ਼ਨ ਸੱਦਿਆ ਗਿਆ ਸੀਗਾ, ਤਾਂ ਉਸ ਤੇ ਫਿਰ ਹੁਣ ਪੇਚ ਫਸਦਾ ਨਜ਼ਰ ਆ ਰਿਹਾ। ਇਸ ਤੇ ਹੁਣ ਕੀ ਪੇਚ ਫਸ ਗਿਆ, ਹੁਣ ਕੀ ਕੁਝ ਗੱਲਬਾਤ ਹੈ, ਇਸ ਤੇ ਅਸੀਂ ਗੱਲਬਾਤ ਪੂਰਨ ਤਰੀਕੇ ਨਾਲ ਵਿਸਤਾਰਪੂਰਵਕ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕੁਝ ਹੋਰ ਖਬਰਾਂ ਤੇ ਵੀ ਕਰਾਂਗੇ ਕਿ ਇੱਕ ਹੋਰ ਅਫਸਰ ਦੀ ਨਾਲ ਜਿਹੜੀ ਆ ਉਹ ਬਦਸਲੂਕੀ ਹੋਈ ਹੈ। ਹੁਣ ਬਦਸਲੂਕੀ ਕਿਹਨੇ ਕੀਤੀ ਹੈ ਤੇ ਡੀਸੀ ਦੇ ਨਾਲ ਕੀਤੀ ਹੈ, ਕਿਹੜੇ ਐਮਐਲਏ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ, ਕਿਹੜੇ ਮੰਤਰੀ ਤੇ ਐਮਐਲਏ ਦੀ ਮੌਜੂਦਗੀ ਦੇ ਵਿੱਚ ਕੀਤੀ ਗਈ ਹੈ, ਕਿਉਂ ਕੀਤੀ ਗਈ ਹੈ, ਅਫਸਰਾਂ ਦੇ ਨਾਲ ਪੰਜਾਬ ਦੇ ਅੰਦਰ ਡੀਸੀ ਲੈਵਲ ਦੇ ਅਧਿਕਾਰੀਆਂ ਦੇ ਨਾਲ ਜੇ ਬਦਸਲੂਕੀ ਐਮਐਲਏ ਤੇ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਕੀਤੀ ਜਾਊਗੀ ਤਾਂ ਫਿਰ ਕਿਵੇਂ ਚੱਲੇਗਾ, ਹੁਣ ਮਾਮਲਾ ਕੀ ਹੈ, ਉਸ ਤੇ ਵੀ ਗੱਲਬਾਤ ਕਰਾਂਗੇ। ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਅਣਖੀ ਸਾਹਿਬ ਜੁੜੇ ਹੋਏ ਆ। ਸਭ ਤੋਂ ਪਹਿਲਾਂ ਨਾਲ ਸਵਾਗਤ ਕਰਦਾ ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ। ਪਿੰਦਰ ਜੀ ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਹੈ ਉਹ ਆਪਾਂ ਇਸੇ ਖਬਰ ਤੋਂ ਹੀ ਕਰਦੇ ਹਾਂ ਕਿ ਭਗਵੰਤ ਸਿੰਘ ਮਾਨ ਹੋਰਾਂ ਨੇ ਦੁਬਾਰਾ ਤੋਂ ਜਿਹੜਾ ਸੈਸ਼ਨ ਨੂੰ ਸੱਦ ਲਿਆ ਸੀ ਤੇ ਹੁਣ ਉਸ ਸੈਸ਼ਨ ਨੂੰ ਇੱਕ ਵਾਰ ਫਿਰ ਤੋਂ ਪੇਚ ਫਸਦਾ ਹੋਇਆ ਨਜ਼ਰ ਆ ਰਿਹਾ। ਹੁਣ ਰਾਜਪਾਲ ਨੇ ਕਹਿੰਦੇ ਕਿ ਵੇਰਵਾ ਮੰਗ ਲਿਆ ਕਿ ਭਾਈ ਦੱਸੋ ਪਹਿਲਾਂ ਸੈਸ਼ਨ ਬਣਾਉਣਾ ਕਾਹਦੇ ਲਈ ਹੈ। ਹਾਲਾਂਕਿ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਭਗਵੰਤ ਸਿੰਘ ਮਾਨ ਹੋਰੀ ਜਿਹੜਾ ਉਹ ਬਹਾਨਾ ਲਾ ਕੇ ਪਰਾਲੀ ਅਤੇ ਬਿਜਲੀ ਦੇ ਮੁੱਦੇ ਤੇ ਪਾਸ ਜਾਂ ਜਿਹੜਾ ਉਹ ਬਿੱਲ ਫੇਰ ਲੈ ਕੇ ਆਉਣਗੇ, ਮਾਫ ਕਰਨਾ, ਜਿਹੜਾ ਭਰੋਸਗੀ ਮਤਾ ਫੇਰ ਲੈ ਕੇ ਆਉਣਗੇ, ਤਾਂ ਉਹੀ ਖਦਸ਼ਾ ਜਿਹੜਾ ਉਹ ਰਾਜਪਾਲ ਨੂੰ ਵੀ ਜਾਪਿਆ ਕਿ ਮੇਰੇ ਰੋਕਣ ਦੇ ਬਾਵਜੂਦ ਵੀ ਇਹ ਜਿਹੜਾ ਲੈ ਕੇ ਆਉਣਗੇ। ਇਸੇ ਕਰਕੇ ਉਹਨਾਂ ਨੇ ਪੁੱਛਿਆ ਕਿ ਪਹਿਲਾਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੰਮ ਕੀ ਹੋਣੇ ਆ ਉਹਦਾ ਵੇਰਵਾ ਦਿਓ, ਕਿਉਂ ਬੁਲਾਉਣਾ ਪਿਆ ਉਹਦਾ ਵੇਰਵਾ ਦਿਓ, ਫਿਰ ਮੈਂ ਇਜਾਜ਼ਤ ਦੇਵਾਂਗਾ। ਕੀ ਖਦਸ਼ਾ ਜਿਹੜਾ ਰਾਜਪਾਲ ਨੂੰ? ਸੁਖਵਿੰਦਰ ਜੀ, ਜਿਸ ਤਰੀਕੇ ਦੇ ਨਾਲ ਰਾਜਪਾਲ ਨੇ ਪਹਿਲਾ ਸੈਸ਼ਨ ਦੀ ਦਿੱਤੀ ਮਨਜ਼ੂਰੀ ਨੂੰ ਰੱਦ ਕੀਤਾ ਤੇ ਬਾਅਦ ਦੇ ਵਿੱਚ ਦੁਬਾਰਾ ਭਗਵੰਤ ਸਿੰਘ ਮਾਨ ਹੋਣਾ ਨੇ ਸੈਸ਼ਨ 27 ਤਰੀਕ ਨੂੰ ਸੱਦ ਲਿਆ। ਇਹ ਤਾਂ ਬੀਤੇ ਦਿਨ ਵੀ ਆਪਾਂ ਪ੍ਰੋਗਰਾਮ 'ਚ ਇੰਨੀ ਗੱਲ ਕਹੀ ਸੀ ਕਿ ਇਸ ਵੇਲੇ ਭਗਵੰਤ ਮਾਨ ਤੇ ਬਨਵਾਰੀ ਲਾਲ ਪੁਰੋਹਿਤ ਜਿਹੜੇ ਪੰਜਾਬ ਦੇ ਰਾਜਪਾਲ ਨੇ, ਉਹਨਾਂ ਦੇ ਵਿਚਕਾਰ ਹੁਣ ਇੱਕ ਨਾ ਅੜੀ ਦਾ ਮੁੱਦਾ ਬਣ ਜਾਣਾ। ਆਮੋ ਸਾਹਮਣੀ ਸਰਕਾਰ ਤੇ ਰਾਜਪਾਲ ਹੋ ਜਾਣੇ ਨੇ, ਕਿਉਂਕਿ ਰਾਜਪਾਲ ਭਾਰਤੀ ਜਨਤਾ ਪਾਰਟੀ ਦੇ ਨੇ ਤੇ ਦੂਜੇ ਪਾਸੇ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਆ। ਤਾਂ ਕੁਦਰਤੀ ਤੌਰ ਤੇ ਇੱਕ ਸੰਵਿਧਾਨਕ ਤੌਰ ਤੇ ਇਹ ਨਿਯਮ ਆ ਕਿ ਜਦੋਂ ਰਾਜਪਾਲ ਕਿਸੇ ਵੀ ਬਿੱਲ ਨੂੰ ਇਗਨੋਰ ਕਰਕੇ ਵਾਪਸ ਭੇਜ ਦਿੰਦਾ ਵਿਧਾਨ ਸਭਾ ਦੇ ਵਿੱਚ ਕੋਈ ਵੀ ਸੁਝਾਅ ਜਿਹੜਾ ਹੈ ਸਰਕਾਰ ਦਾ, ਤੇ ਜੇ ਸਰਕਾਰ ਦੁਬਾਰਾ ਦੂਜੀ ਵਾਰ ਉਸੇ ਚੀਜ਼ ਦੀ ਦੁਬਾਰਾ ਇਜਾਜ਼ਤ ਮੰਗਦੀ ਹੈ ਤਾਂ ਸੰਵਿਧਾਨਕ ਤੌਰ ਤੇ ਰਾਜਪਾਲ ਉਸ ਨੂੰ ਇਨਕਾਰ ਨਹੀਂ ਕਰ ਸਕਦਾ। ਜਿਸ ਤਰੀਕੇ ਨਾਲ ਵਿਧਾਨ ਸਭਾ ਦਾ ਸੈਸ਼ਨ ਪਹਿਲਾਂ ਬੁਲਾਉਣ ਦੇ ਸੰਬੰਧੀ ਜਿਹੜੀ ਉਹਨਾਂ ਦਰਖਾਸਤ ਭੇਜੀ, ਰਾਜਪਾਲ ਨੇ ਪਹਿਲਾਂ ਮਨਜ਼ੂਰੀ ਦੇ ਦਿੱਤੀ, ਬਾਅਦ ਦੇ ਵਿੱਚ ਉਸ ਮਨਜ਼ੂਰੀ ਨੂੰ ਰੱਦ ਕਰ ਦਿੱਤਾ ਗਿਆ, ਤਾਂ ਸਰਕਾਰ ਨੇ ਉਸ ਨੂੰ ਆਪਣਾ ਨੱਕ ਦਾ ਮੁੱਦਾ ਬਣਾ ਕੇ ਦੁਬਾਰਾ 27 ਤਰੀਕ ਨੂੰ ਸੈਸ਼ਨ ਰੱਖ ਲਿਆ ਤੇ ਉਹਦੇ ਵਿਚਕਾਰ ਬਿਜਲੀ ਤੇ ਪਰਾਲੀ ਦਾ ਮੁੱਦਾ ਰੱਖ ਲਿਆ। ਤਾਂ ਉਹ ਕੁਦਰਤੀ ਤੌਰ ਤੇ ਇਹ ਸੰਵਿਧਾਨਕ ਤੌਰ ਤੇ ਵੀ ਇਹ ਹੁਣ ਜਿਹੜਾ ਮੁੱਦਾ ਆ ਇਹ ਰਾਜਪਾਲ ਹੁਣ ਇਸ ਬਿੱਲ ਨੂੰ ਇਗਨੋਰ ਨਹੀਂ ਕਰ ਸਕਦੇ, ਉਹਨਾਂ ਨੂੰ ਮਨਜ਼ੂਰੀ ਦੇਣੀ ਹੀ ਪੈਣੀ ਹੈ ਵਿਧਾਨ ਸਭਾ ਸੈਸ਼ਨ ਨੂੰ ਚਾਲੂ ਕਰਨ ਦੀ ਜਾਂ ਦੁਬਾਰਾ ਸ਼ੁਰੂ ਕਰਨ ਦੀ। ਉਹ ਹੁਣ ਇਸ ਨੂੰ ਡੱਕ ਨਹੀਂ ਸਕਦੇ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਉਹਨਾਂ ਨੇ ਕੀਤਾ। ਤੇ ਦੂਜੇ ਪਾਸੇ ਹੁਣ ਕਿਉਂਕਿ ਬਨਵਾਰੀ ਲਾਲ ਪੁਰੋਹਿਤ ਰਾਜਪਾਲ ਨੇ, ਉਹਨਾਂ ਦੀ ਵੀ ਇੱਕ ਆਪਣੀ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਟੋਕੋਲ ਆ, ਇਸ ਕਰਕੇ ਉਹਨਾਂ ਨੇ ਉਸ ਵੇਰਵੇ ਦੀ ਮੰਗ ਕੀਤੀ ਆ ਕਿ ਤੁਸੀਂ ਜਿਹੜਾ 27 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਉਸ ਦਾ ਏਜੰਡਾ ਜਿਹੜਾ ਆ ਉਹ ਮੈਨੂੰ ਭੇਜਿਆ ਜਾਵੇ ਤਾਂ ਜੋ ਫਿਰ ਮੈਂ ਉਹਦੇ ਉੱਤੇ ਵਿਚਾਰ ਕਰਕੇ ਆਪਣਾ ਜਿਹੜਾ ਮਨਜ਼ੂਰੀ ਦੇ ਸਕਾਂ ਜੀ, ਇਜਾਜ਼ਤ ਮੈਂ ਦੇ ਸਕਾਂ, ਮਨਜ਼ੂਰੀ ਦੇ ਸਕਾਂ। ਇਹ ਅਸਲ ਦੇ ਵਿੱਚ ਹੁਣ ਸੰਵਿਧਾਨਕ ਤੌਰ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਫਸ ਗਏ ਆ ਤੇ ਦੂਜੇ ਪਾਸੇ ਸਰਕਾਰ ਨੇ ਜਿਹੜੀ ਗੇਂਦ ਆ ਉਹ ਰਾਜਪਾਲ ਦੇ ਭਾੜੇ 'ਚ ਜਿਹੜੀ ਆ ਸੁੱਟ ਦਿੱਤੀ ਆ। ਜਿਹੜਾ ਵਿਰੋਧੀ ਪਾਰਟੀਆਂ ਦੇ ਲੋਕਾਂ ਦੇ ਮਨਾਂ ਦੇ ਅੰਦਰ ਖਦਸ਼ਾ ਸੀਗਾ ਔਰ ਆਪਾਂ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਪ੍ਰਗਟਾਇਆ ਸੀ ਖਦਸ਼ਾ ਕਿ ਜਿਹੜਾ ਹੁਣ ਦੁਬਾਰਾ ਸੈਸ਼ਨ ਸੱਦਿਆ ਗਿਆ ਉਹ ਸੈਸ਼ਨ ਬਹਾਨਾ ਕਿਸੇ ਹੋਰ ਮੁੱਦਿਆਂ ਦਾ ਤਾਂ ਜੋ ਇਜਾਜ਼ਤ ਮਿਲ ਜਾਵੇ ਤੇ ਅੰਦਰ ਜਿਹੜਾ ਉਹ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾਊਗਾ। ਇਸੇ ਕਰਕੇ ਹੀ ਬਨਵਾਰੀ ਲਾਲ ਪੁਰੋਹਿਤ ਨੇ ਕਿ ਮੇਰੇ ਰੋਕਣ ਦੇ ਬਾਵਜੂਦ ਵੀ ਔਰ ਜਿਹੜੀ ਚੀਜ਼ ਨਹੀਂ ਹੋ ਸਕਦੀ ਸੰਵਿਧਾਨ ਦੇ ਮੁਤਾਬਿਕ, ਕਾਨੂੰਨ ਦੇ ਮੁਤਾਬਿਕ ਜਿਹੜੀ ਚੀਜ਼ ਨਹੀਂ ਹੋ ਸਕਦੀ ਤੇ ਜੇ ਉਹ ਚੀਜ਼ ਇਹਨਾਂ ਵੱਲੋਂ ਕਿਸੇ ਹੋਰ ਦੀ ਆੜ ਦੇ ਵਿੱਚ, ਕਿਸੇ ਹੋਰ ਏਜੰਡਿਆਂ ਦੀ ਆੜ ਦੇ ਵਿੱਚ ਕੀਤੀ ਜਾਣੀ ਹੈ
ਤਾਂ ਮੈਂ ਉਹਨਾਂ ਨੂੰ ਰੋਕਾਂ। ਇਸੇ ਕਰਕੇ ਉਹਨਾਂ ਦੇ ਵੱਲੋਂ ਫਿਰ ਪੁੱਛਿਆ ਗਿਆ ਕਿ ਭਾਈ ਪਹਿਲਾਂ ਦੱਸੋ ਕਿਹੜੇ ਕਿਹੜੇ ਮੁੱਦਿਆਂ ਤੇ ਤੁਸੀਂ ਜਿਹੜਾ ਇਸ ਬੁਲਾਉਣਾ ਹੈ ਸੈਸ਼ਨ, ਤੇ ਇਹ ਨਾ ਹੋਵੇ ਕਿ ਬਾਅਦ ਦੇ ਵਿੱਚ ਇਹਨਾਂ ਏਜੰਡਿਆਂ ਤੇ ਸੈਸ਼ਨ ਸੱਦ ਕੇ ਬਾਅਦ ਦੇ ਵਿੱਚ ਤੁਸੀਂ ਕੋਈ ਅੰਦਰ ਕੁਝ ਹੋਰ ਹੀ ਕੰਮ ਚੱਕਦੇ ਹੋ। ਕਿਉਂਕਿ ਜੋ ਨਾ ਅਣਖੀ ਸਾਹਿਬ ਖਦਸ਼ਾ ਇਸ ਲਈ ਪ੍ਰਗਟ ਹੁੰਦਾ ਹੈ ਕਿਉਂਕਿ ਆਪਾਂ ਨੂੰ ਵੀ ਇਸੇ ਕਰਕੇ, ਕਿਉਂਕਿ ਪਰਾਲੀ ਦਾ ਮੁੱਦਾ, ਠੀਕ ਹੈ, ਪਰਾਲੀ ਦਾ ਮੁੱਦਾ ਬਹੁਤ ਵੱਡਾ ਆ ਦਿਨਾਂ ਦੇ ਵਿੱਚ, ਨਾਲ ਦੀ ਨਾਲ ਬਿਜਲੀ ਦਾ। ਇੱਕ ਪਾਸੇ ਕਹਿੰਦੇ ਆ ਕਿ ਅਸੀਂ ਪਰਾਲੀ ਦਾ ਮੁੱਦਾ ਵੀ ਸਾਂਭ ਲਿਆ, ਇੱਕ ਪਾਸੇ ਅਸੀਂ ਕਹਿੰਦੇ ਆ ਕਿ ਜਿਹੜਾ ਬਿਜਲੀ ਦਾ ਮੁੱਦਾ ਅਸੀਂ ਹੱਲ ਕਰ ਦਿੱਤਾ ਗਿਆ, ਇੰਨੇ ਲੱਖ ਪਰਿਵਾਰਾਂ ਨੂੰ ਜਿਹੜੀ ਆ ਉਹ ਫ੍ਰੀ ਬਿਜਲੀ ਕਰ ਦਿੱਤੀ ਹੈ, ਆਹ ਕਰਤਾ ਉਹ ਕਰਤਾ। ਜੇ ਉਹ ਮਸਲੇ ਹੀ ਹੱਲ ਹੋ ਗਏ ਤਾਂ ਫਿਰ ਵਿਧਾਨ ਸਭਾ ਦੇ ਅੰਦਰ ਵਿਚਾਰਨ ਦਾ ਫਾਇਦਾ ਕੀ? ਔਰ ਫਿਰ ਉਹੀ ਗੱਲ ਆਪਾਂ ਜਿਹੜੀ ਉਦੋਂ ਕੀਤੀ ਸੀ ਕਿ ਬੇਅਦਬੀ ਦੇ ਮੁੱਦੇ, ਗੋਲੀ ਕਾਂਡ ਵਰਗੇ ਮੁੱਦੇ, ਡਰੱਗ ਦੇ ਮੁੱਦੇ, ਮਾਈਨਿੰਗ ਜਿਹੜੀ ਪਾਲਿਸੀ ਦੇ ਬਾਰੇ, ਸ਼ਰਾਬ ਪਾਲਿਸੀ ਬਾਰੇ, ਹੋਰ ਬਥੇਰੇ ਇਹੋ ਜਿਹੇ ਮੁੱਦੇ ਹੈਗੇ ਆ ਜਿਹੜੇ ਕਿ ਵਿਧਾਨ ਸਭਾ ਦੇ ਵਿੱਚ ਵਿਚਾਰੇ ਜਾ ਸਕਦੇ ਆ। ਤੇ ਇੰਜ ਲੱਗਦਾ ਸੀ ਇਹ ਜਿਹੜੇ ਦੋ ਮੁੱਦੇ ਚੁਣੇ ਆ, ਇਹਨਾਂ ਦਾ ਬਹਾਨਾ ਲਾ ਕੇ ਫਿਰ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੇ ਲਈ ਹੀ ਇਹ ਸੈਸ਼ਨ ਜਿਹੜਾ ਉਹ ਬੁਲਾਇਆ ਗਿਆ। ਕਿਉਂਕਿ ਜਦੋਂ ਪਹਿਲਾ ਸੈਸ਼ਨ ਬੁਲਾਇਆ ਗਿਆ ਉਹਦੇ ਵਿੱਚ ਤਾਂ ਦੱਸਿਆ ਹੀ ਨਹੀਂ ਗਿਆ ਬਿਜਲੀ ਦਾ ਮੁੱਦਾ, ਸਿਰਫ ਉਹੀ ਗੱਲ ਕੀਤੀ ਕਿ ਭਰੋਸ ਕੀ ਮੰਤਰੀ, ਇਸੇ ਕਰਕੇ ਜਿਹੜਾ ਉਹਨਾਂ ਨੇ ਇਗਨੋਰ ਕਰ ਦਿੱਤਾ ਗਿਆ, ਮਨਜ਼ੂਰੀ ਨਹੀਂ ਦਿੱਤੀ। ਤਾਂ ਹੁਣ ਖਦਸ਼ਾ ਇਸੇ ਕਰਕੇ ਪ੍ਰਗਟ ਹੁੰਦਾ ਕਿ ਇੰਨੇ ਅਹਿਮ ਮਸਲੇ ਛੱਡ ਕੇ ਛੋਟੇ ਮੁੱਦਿਆਂ ਦੇ ਉੱਪਰ ਤੁਸੀਂ ਸੈਸ਼ਨ ਜੇ ਬਣਾਉਂਦੇ ਹੋ, ਸਾਡੀ ਮਨਜ਼ੂਰੀ ਦੇ ਬਾਵਜੂਦ ਵੀ, ਤਾਂ ਫਿਰ ਖਦਸ਼ਾ ਕਿਤੇ ਨਾ ਕਿਤੇ ਇਹੀ ਪ੍ਰਗਟ ਹੁੰਦਾ ਮਨ ਦੇ ਅੰਦਰ ਕਿ ਅੰਦਰ ਬਹਾਨਾ ਕੁਝ ਹੋਰ ਹੈ, ਹਾਥੀ ਦੇ ਦੰਦ ਖਾਣ ਦੇ ਹੋਰ ਆ, ਦਿਖਾਉਣ ਦੇ ਹੋਰ ਆ। ਇਹ ਖਦਸ਼ਾ ਤਾਂ ਫਿਰ ਪ੍ਰਗਟ ਆਉਂਦਾ ਹੀ ਹੈ। ਸੁਖਵਿੰਦਰ ਜੀ, ਇਹ 'ਚ ਤਾਂ ਦੋ ਰਾਵਾਂ ਕੋਈ ਹੋ ਹੀ ਨਹੀਂ ਸਕਦੀਆਂ, ਕਿਉਂਕਿ ਜਿਸ ਤਰੀਕੇ ਨਾਲ ਬੀਤੇ ਦਿਨ ਰਾਜਪਾਲ ਨੇ ਪਹਿਲਾਂ ਮਨਜ਼ੂਰੀ ਦਿੱਤੀ ਫਿਰ ਰੱਦ ਕਰ ਦਿੱਤੀ, ਤਾਂ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਨੇ ਆਪਣੇ ਕੈਬਨਿਟ, ਆਪਣੇ ਵਿਧਾਇਕਾਂ ਨੂੰ ਸੱਦ ਕੇ ਸ਼ਾਂਤੀ ਮਾਰਚ ਰਾਜਪਾਲ ਭਵਨ ਤੱਕ ਕੀਤਾ, ਤੇ ਕੁਦਰਤੀ ਤੌਰ ਤੇ ਉਹਨਾਂ ਨੇ ਵੀ ਆਪਣੇ ਇਸ ਨੱਕ ਦੇ ਮੁੱਦੇ ਨੂੰ, ਇਸ ਰੱਦ ਸੈਸ਼ਨ ਨੂੰ ਆਪਣਾ ਨੱਕ ਦਾ, ਆਪਣੀ ਇੱਜ਼ਤ ਦਾ ਮੁੱਦਾ ਬਣਾ ਲਿਆ ਕਿ ਆਪਾਂ ਕਰਦਾ ਹੀ ਕਰਦਾ। ਤੇ ਬਹੁਤ ਵਧੀਆ ਤੁਸੀਂ ਇਹ ਗੱਲ ਕੀਤੀ ਆ ਕਿ ਸਭ ਤੋਂ ਵੱਡਾ ਬੇਅਦਬੀ ਦਾ ਮੁੱਦਾ, ਤੇ ਬੇਅਦਬੀ ਦੇ ਮੁੱਦੇ ਤੇ ਪ੍ਰਤਾਪ ਸਿੰਘ ਬਾਜਵੇ ਨੇ ਵੀ ਗੱਲ ਕੀਤੀ, ਸਕੱਤਰ ਵਿਜੇ ਪ੍ਰਤਾਪ ਨੇ ਵੀ ਗੱਲ ਕੀਤੀ ਸੀ ਕਿ ਤੁਸੀਂ ਇਹ ਚੀਜ਼, ਇਸ ਮੁੱਦੇ ਦੇ ਉੱਤੇ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਜਿਹੜਾ ਬੁਲਾਇਆ ਜਾਵੇ। ਉਸ ਮੁੱਦੇ ਵੱਲ ਤਾਂ ਅਜੇ ਤੱਕ ਕਿਸੇ ਦਾ ਧਿਆਨ ਨਹੀਂ ਗਿਆ, ਪਰ ਜੇਕਰ ਹੁਣ ਬਿਜਲੀ ਤੇ ਪੁਰਾਣੀ ਦੇ ਮੁੱਦੇ ਉਹ ਜਿਨ੍ਹਾਂ ਦਾ ਕੋਈ ਵੀ ਇੰਨਾ ਵੱਡੀ, ਅਸੀਂ ਕਹਿ ਸਕਦੇ ਹਾਂ ਕਿ ਕੋਈ ਏਡੀ ਵੱਡੀ ਚੀਜ਼ ਨਹੀਂ ਹੈਗੀ, ਏਡੇ ਵੱਡੇ ਮੁੱਦੇ ਨਹੀਂ ਹਨ, ਪਰ ਸਿਰਫ ਤੇ ਸਿਰਫ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਇੱਕ ਬਹਾਨਾ ਹੀ ਤਲਾਸ਼ਣ ਦੇ ਰੂਪ ਦੇ ਵਿੱਚ ਇਹਨਾਂ ਨੇ ਇਹ ਦੋ ਮੁੱਦਿਆਂ ਨੂੰ ਸਾਹਮਣੇ ਉਭਾਰ ਕੇ ਸੈਸ਼ਨ ਕਰਨ ਦੀ ਇਜਾਜ਼ਤ ਜਿਹੜੀ ਮੰਗੀ ਆ, ਔਰ ਜਿਹੜਾ ਉਹਦੇ ਸੰਬੰਧੀ ਪ੍ਰਸਤਾਵ ਜਿਹੜਾ ਰਾਜਪਾਲ ਨੂੰ ਭੇਜ ਦਿੱਤਾ। ਅੱਗੋਂ ਰਾਜਪਾਲ ਨੇ ਵੀ ਪੂਰਨ ਤੌਰ ਤੇ ਏਜੰਡੇ ਦੀ ਜਿਹੜੀ ਮੰਗ ਕੀਤੀ, ਏਜੰਡੇ ਦੀ ਕਾਪੀ ਦੀ ਮੰਗ ਕੀਤੀ ਹੈ। ਰਾਜਪਾਲ ਨੂੰ ਵੀ ਇਸ ਗੱਲ ਦਾ ਪਤਾ ਕਿ ਇਹਨਾਂ ਨੇ ਇਸ ਗੱਲ ਨੂੰ ਹੀ ਆਧਾਰ ਬਣਾ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਾ, ਤਾਂ ਜੋ ਉਸ ਤੋਂ ਪਹਿਲਾਂ ਕਿ ਜੋ ਵੀ ਇਹਨਾਂ ਦੇ ਏਜੰਡੇ ਦੇ ਰੂਪ ਦੇ ਵਿੱਚ ਲਿਖਿਆ ਗਿਆ ਉਹ ਮੈਨੂੰ ਭੇਜਿਆ ਜਾਵੇ, ਫਿਰ ਮੈਂ ਮਨਜ਼ੂਰੀ ਦੇਣੀ ਆ। ਸੁਖਵਿੰਦਰ ਜੀ, ਇਹਦੇ ਨਾਲ ਜੋ ਮਰਜ਼ੀ ਹੋ ਜਾਵੇ, ਪਰ ਜਿਸ ਤਰੀਕੇ ਨਾਲ ਰਾਜਪਾਲ ਔਰ ਪੰਜਾਬ ਸਰਕਾਰ ਇਸ ਵੇਲੇ ਆਮੋ ਸਾਹਮਣੇ ਨਜ਼ਰ ਆ ਰਹੇ ਨੇ, ਇਹ ਰਾਜ ਵਾਸਤੇ ਗੱਲ ਠੀਕ ਨਹੀਂ ਹੈ, ਸੰਵਿਧਾਨਕ ਤੌਰ ਤੇ ਵੀ ਤੇ ਪੰਜਾਬ ਦੇ ਲੋਕਾਂ ਵਾਸਤੇ ਵੀ, ਕਿਉਂਕਿ ਅਜੇ ਤੱਕ ਰਾਜਪਾਲ ਨੇ ਇਹ ਦੂਸਰਾ ਬਿੱਲ ਜਿਹੜਾ ਵਾਪਸ ਕੀਤਾ, ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੱਕ ਪੈਨਸ਼ਨ ਵਾਲਾ ਬਿੱਲ ਵੀ ਰਾਜਪਾਲ ਨੇ ਵਾਪਸ ਕੀਤਾ ਸੀ, ਦੂਜੇ ਬੰਨੇ ਇਹ ਪ੍ਰਸਤਾਵ ਵੀ ਵਾਪਸ ਕਰਤਾ। ਤੇ ਜੇਕਰ ਇਹੋ ਹੀ ਰੁਝਾਨ ਜਿਹੜਾ ਅਗਲੇ ਦਿਨਾਂ 'ਚ ਰਿਹਾ, ਇਸੇ ਤਰੀਕੇ ਨਾਲ ਰਾਜਪਾਲ ਔਰ ਸਰਕਾਰ ਜੇਕਰ ਇਕੱਠੇ ਨਾ ਚੱਲੇ ਤੇ ਇੱਕ ਦੂਜੇ ਨੂੰ ਲਤਾੜਦੇ ਰਹੇ, ਤਾਂ ਕੁਦਰਤੀ ਤੌਰ ਤੇ ਪੰਜਾਬ ਦੇ ਉਹ ਮੁੱਦੇ, ਜਿਹਨਾਂ ਮੁੱਦਿਆਂ ਤੇ ਚਰਚਾ ਹੋਣੀ ਜ਼ਰੂਰੀ ਆ, ਜਾਂ ਉਹ ਲੋੜਾਂ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਪੂਰੀਆਂ ਕਰਦੀਆਂ ਨੇ। ਗੱਲ ਇਹ ਵੀ ਨਹੀਂ ਚੱਲੀ, ਰਾਜਪਾਲ ਨੇ ਪੰਜਾਬ ਦਾ ਦੌਰਾ ਵੀ ਕੀਤਾ ਤੇ ਨਸ਼ੇ ਦੇ ਮੁੱਦੇ ਦੇ ਉੱਪਰ ਚਿੰਤਾ ਵੀ ਪ੍ਰਗਟਾਈ ਸੀ। ਜੀ ਬਿਲਕੁਲ ਬਿਲਕੁਲ, ਉਹ ਤਾਂ ਹੈ ਹੀ ਹੈ। ਬੀਤੇ ਦਿਨਾਂ ਦੇ ਵਿੱਚ ਰਾਜਪਾਲ ਜਿਸ ਤਰੀਕੇ ਨਾਲ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦਾ ਜਿਨ੍ਹਾਂ ਨੇ ਦੌਰਾ ਕੀਤਾ ਤੇ ਨਸ਼ਿਆਂ ਦੇ ਸੰਬੰਧੀ ਉਹਨਾਂ ਨੇ ਇਜ਼ਹਾਰ ਜਿਹੜੀ ਚਿੰਤਾ ਦਾ ਪ੍ਰਗਟਾਵਾ ਕੀਤਾ, ਤਾਂ ਸਰਕਾਰ ਨੂੰ ਉਹਦੇ ਸੰਬੰਧੀ ਵੀ ਇਹ ਵੀ ਹੈਗੀ ਆ ਕਿ ਕੱਲੇ ਇਹਦੇ ਤੇ ਰਾਜਪਾਲ ਨੇ ਨਹੀਂ ਸਵਾਲ ਚੁੱਕੇ, ਇਹਦੇ ਤੇ ਤੁਸੀਂ, ਮੈਂ ਔਰ ਪੰਜਾਬ ਦੇ ਵੱਖ-ਵੱਖ ਲੋਕ ਜਿਹੜੇ ਆ ਉਹ ਚੁੱਕ ਰਹੇ ਆ। ਇਹਨਾਂ ਨੇ ਕਿਹਾ ਕੁਝ ਹੋਰ ਸੀ, ਹੋ ਕੁਝ ਹੋ ਰਿਹਾ। ਔਰ ਮੈਨੂੰ ਲੱਗਦਾ ਅਣਖੀ ਸਾਹਿਬ ਏਡੀ ਜਿੱਦ ਵੀ ਕਾਹਦੀ ਹੈ ਕਿ ਵਿਧਾਨ ਸਭਾ ਸੈਸ਼ਨ ਸੱਦਿਆ ਹੀ ਜਾਣਾ ਚਾਹੀਦਾ ਹੈ, ਪਹਿਲਾਂ ਮਨਜ਼ੂਰੀ ਨਹੀਂ ਦਿੱਤੀ ਤਾਂ ਫਿਰ ਸਾਫ਼ ਹੀ ਹੈ ਕਿ ਉਸੇ ਜਿੱਦ ਦੇ ਚੱਕਰ ਦੇ ਵਿੱਚ ਵਿਧਾਨ ਸਭਾ ਸੈਸ਼ਨ ਸੱਦਿਆ ਗਿਆ। ਔਰ ਅਸੀਂ ਤਾਂ ਚਾਹੁੰਦੇ ਹਾਂ ਕਿ ਸੱਦੋ ਭਾਈ, ਪੂਰੀ ਸੱਦੀ ਰੱਖੋ ਸਾਡੇ ਦਾ ਵੱਲੋਂ, ਪਰ ਪੰਜਾਬ ਦੇ ਮੁੱਦੇ ਤਾਂ ਉਹਦੇ ਵਿੱਚ ਵਿਚਾਰ ਜਾਣ। ਸੁਖਪਾਲ ਸਿੰਘ ਖਹਿਰਾ ਦੇ ਕਹਿਣ ਮੁਤਾਬਕ ਜੇ ਆਪਾਂ ਗੱਲ ਕਰੀਏ, ਆਪਾਂ ਨੂੰ ਵੀ ਸਭ ਨੂੰ ਪਤਾ, ਮੈਂ ਬਾਰ-ਬਾਰ ਕਹਿ ਰਿਹਾ, ਬੇਅਦਬੀ, ਗੋਲੀ ਕਾਂਡ, ਡਰੱਗ, ਬੇਰੁਜ਼ਗਾਰੀ, ਜਿਹੜਾ ਮਾਈਨਿੰਗ ਪਾਲਿਸੀ, ਐਕਸਾਈਜ਼ ਪਾਲਿਸੀ, ਕਿੰਨੇ ਅਨੇਕਾਂ ਮੁੱਦੇ ਪੰਜਾਬ ਦੇ ਹੈਗੇ ਆ ਜਿਨ੍ਹਾਂ ਨੂੰ ਵਿਧਾਨ ਸਭਾ ਦੇ ਵਿੱਚ ਵਿਚਾਰਨ ਦੀ ਲੋੜ ਹੈਗੀ ਆ। ਪਰ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਬਿਜਲੀ ਅਤੇ ਜਿਹੜਾ ਪਰਾਲੀ ਦਾ ਮੁੱਦਾ ਚੁੱਕ ਕੇ ਤੁਸੀਂ ਵਿਧਾਨ ਸਭਾ ਸੈਸ਼ਨ ਬੁਲਾ ਰਹੇ ਹੋ,
ਔਰ ਇੰਨੇ ਅਹਿਮ ਜਿਹੜੇ ਲੋਕ ਜਿਹੜੇ ਕਹਿੰਦੇ ਸੀ ਕਿ ਕਦੇ ਅਸੀਂ ਧਰਨੇ ਨਹੀਂ ਲੱਗਣਗੇ, ਸਾਡੇ ਤੇ ਸਾਡੀ ਸਰਕਾਰ ਹੁਣ ਤੇ ਟੈਂਕੀਆਂ ਤੇ ਨਹੀਂ ਚੜਨਗੇ ਨੌਜਵਾਨ, ਉਹ ਸਾਰੇ ਦੇ ਸਾਰੇ ਲਾਠੀਆਂ ਵੀ ਖਾ ਰਹੇ ਆ, ਟੈਂਕੀਆਂ ਤੇ ਵੀ ਚੜੇ ਫਿਰਦੇ ਆ, ਖੰਭਿਆਂ ਤੇ ਵੀ ਚੜੇ ਫਿਰਦੇ ਆ। ਇੰਨੇ ਅਹਿਮ ਜਿਹੜੇ ਮਸਲੇ ਛੱਡ ਕੇ ਤੁਸੀਂ ਸ਼ਕਤੀ ਪ੍ਰਦਰਸ਼ਨ ਕਰਨ ਵਾਲੇ ਪਾਸੇ ਨੂੰ ਤੁਰਦੇ ਹੋ, ਤਾਂ ਸਵਾਲ ਤਾਂ ਜਿਹੜੇ ਆ ਉਹ ਲਾਜ਼ਮੀ ਖੜੇ ਹੋਣਗੇ। ਔਰ ਅਣਖ ਸਾਹਿਬ, ਚਲੋ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਇਹਦੇ ਗੌਰ ਹੋ ਗਈ ਹੈ ਖਬਰ ਤੇ। ਅਗਲੀ ਖਬਰ ਲੈ ਲਈਏ ਕਿ ਐਨਜੀਟੀ ਨੇ ਜਿਹੜਾ 2000 ਕਰੋੜ ਦਾ ਜੁਰਮਾਨਾ ਕੀਤਾ, ਉਹ ਥੋੜਾ ਜਿਹਾ ਸਮਝਾਓ ਸਾਡੇ ਦਰਸ਼ਕਾਂ ਨੂੰ, ਪੰਜਾਬ ਸਰਕਾਰ ਨੂੰ, ਉਹ ਕਿਵੇਂ ਕੀਤਾ ਤੇ ਇਹ ਗਲਤੀ ਕਿਹਦੀ ਹੈਗੀ? ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਜਿਹੜੀ ਉਹ ਪਿਛਲੇ 6 ਮਹੀਨਿਆਂ ਤੋਂ ਹੀ ਆਈ ਹੈ, ਔਰ ਪਤਾ ਇਹ ਲੱਗਿਆ ਕਿ ਇਹਦੇ ਵਿੱਚ ਜ਼ਿਆਦਾ ਗਲਤੀ ਅਫਸਰਸ਼ਾਹੀ ਦੀ ਹੈ। ਆਪਾਂ ਸਰਕਾਰ ਨੂੰ ਨਾ ਦੋਸ਼ੀ ਠਹਿਰਾਉਂਦੇ ਹੋਏ ਪਤਾ ਇਹ ਲੱਗਿਆ ਕਿ ਸਰਕਾਰ ਦੀ ਨਾਲੋਂ ਜ਼ਿਆਦਾ ਅਫਸਰਸ਼ਾਹੀ ਦੀ ਗਲਤੀ ਹੈ। ਕਿ ਇਹ ਪਿਛਲੀਆਂ ਸਰਕਾਰਾਂ ਦੇ ਕਰਕੇ ਇਸ ਸਰਕਾਰ ਨੂੰ ਜੁਰਮਾਨਾ ਹੋਇਆ ਜਾਂ ਫਿਰ ਮਸਲਾ ਕੁਝ ਹੋਇਆ, ਉਹ ਸਮਝਾਓ ਸਾਡੇ ਦਰਸ਼ਕਾਂ ਨੂੰ। ਸੁਖਵਿੰਦਰ ਜੀ, ਇਹ ਜਿਹੜਾ ਜੁਰਮਾਨਾ 2000 ਕਰੋੜ ਦਾ ਪੰਜਾਬ ਸਰਕਾਰ ਨੂੰ ਹੋਇਆ, ਸਿਰਫ ਪੰਜਾਬ ਸਰਕਾਰ ਨੂੰ ਨਹੀਂ ਹੋਇਆ, ਇਹ ਬਾਕੀ 6 ਰਾਜਾਂ ਨੂੰ ਵੀ ਹੋਇਆ। ਮਹਾਰਾਸ਼ਟਰ ਨੂੰ 12000 ਕਰੋੜ ਦਾ ਹੋਇਆ, ਹੋਰ ਰਾਜ ਨੇ ਈਵਨ ਕਿ ਜਿਨ੍ਹਾਂ ਵਿੱਚ ਭਾਜਪਾ ਵੀ ਦਾ ਜਿੱਥੇ ਰਾਜ ਆ ਉਹਨਾਂ ਰਾਜਾਂ ਨੂੰ ਵੀ ਹੋਇਆ ਜੋ ਐਨਜੀਟੀ ਵੱਲੋਂ ਕੀਤਾ ਗਿਆ। ਤੇ ਉਹਦੇ ਵਿੱਚ ਪੰਜਾਬ ਵੀ ਹੈਗਾ ਜਿਸ ਨੂੰ 2000 ਕਰੋੜ ਦਾ ਜੁਰਮਾਨਾ ਜਿਹੜਾ ਕੀਤਾ ਗਿਆ। ਇਹ ਜੋ ਰਹਿੰਦ ਖੂੰਹਦ ਔਰ ਪਰਾਲੀ ਵਰਗੇ ਜਿਹੜੇ ਮੁੱਦੇ ਸੀ ਉਹਨਾਂ ਨੂੰ ਸੰਬੰਧੀ ਉਹਨਾਂ ਨੂੰ ਹੱਲ ਕਰਨ ਦੀ ਬਜਾਏ ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਸਰਕਾਰਾਂ ਦੀ ਭੂਮਿਕਾ ਰਹੀ ਆ ਕਿ ਜੋ ਐਨਜੀਟੀ ਨੇ ਭੇਜੀ ਰੂਪਰੇਖਾ ਭੇਜੀ ਕਿ ਇਹਦੇ ਅਨੁਸਾਰ ਰਹਿੰਦ ਖੂੰਹਦ ਜਾਂ ਹੋਰ ਪਰਾਲੀ ਜਾਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਨੂੰ ਖਤਮ ਕੀਤਾ ਜਾ ਸਕਦਾ, ਪਰ ਰਾਜ ਸਰਕਾਰ ਨੇ ਕਦੇ ਵੀ ਉਹਨਾਂ ਦੇ ਪ੍ਰਤੀ ਆਪਣੀ ਸੰਵੇਦਨਾ ਜਿਹੜੀ ਆ ਉਹ ਪ੍ਰਗਟ ਨਹੀਂ ਕੀਤੀ 5-6 ਰਾਜਾਂ ਨੇ ਇਸ ਸੰਬੰਧੀ, ਤੇ ਜਿਸ ਕਾਰਨ ਵਾਤਾਵਰਨ ਜਿਹੜਾ ਪ੍ਰਦੂਸ਼ਿਤ ਹੋਇਆ। ਉਸ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਦੇ ਮਸਲੇ ਦੇ ਵਿੱਚ ਹੀ ਇਹ ਜਿਹੜਾ ਐਨਜੀਟੀ ਕਮਿਸ਼ਨ ਆ ਉਹਨੇ ਵੱਖ-ਵੱਖ ਰਾਜਾਂ ਨੂੰ ਜਿਹੜਾ ਜੁਰਮਾਨਾ ਕੀਤਾ। ਤੇ ਈਵਨ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਬਲਬੀਰ ਸਿੰਘ ਸੀਚੇਵਾਲ, ਜੇ ਮੈਂ ਠੀਕ ਬੋਲਾਂ, ਰਾਜ ਸਭਾ ਮੈਂਬਰ ਸੀਚੇਵਾਲ ਨੇ, ਉਹਨਾਂ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ ਕਿ ਇਹ ਜੁਰਮਾਨਾ ਇਹ ਹੋਣਾ ਚਾਹੀਦਾ ਸੀ ਕਿਉਂਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦਾ ਜਿਹੜਾ ਮੁੱਦਾ ਆ ਇਹ ਰਾਜ ਸਰਕਾਰਾਂ ਤੇ ਰਾਜ ਸਰਕਾਰਾਂ ਦੇ ਵੱਧ ਜਿਹੜੀ ਜ਼ਿੰਮੇਵਾਰੀ ਆ ਉਹ ਅਫਸਰਸ਼ਾਹੀ ਦੀ ਬਣਦੀ ਆ। ਸੁਖਵਿੰਦਰ ਜੀ, ਅਸੀਂ ਸਾਰਾ ਬੋਝ ਅਫਸਰਸ਼ਾਹੀ ਤੇ ਸੁੱਟ ਕੇ ਸਰਕਾਰ ਨੂੰ ਅਸੀਂ ਇਸ ਮੁੱਦੇ ਤੇ ਕਲੀਨ ਚਿੱਟ ਨਹੀਂ ਦੇ ਸਕਦੇ। ਸਰਕਾਰ ਕਿਸੇ ਦੇ ਵੀ ਹੋਏ, ਅਫਸਰਸ਼ਾਹੀ ਜਿਹੜੀ ਆ ਪੂਰਨ ਤੌਰ ਤੇ ਉਹਨੇ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਉਹ ਚੱਲਣਾ ਹੁੰਦਾ। ਅਫਸਰਸ਼ਾਹੀ ਦੀ ਕੋਈ ਜ਼ਰੂਰਤ ਨਹੀਂ ਆ ਕਿ ਸਰਕਾਰ ਦੇ ਹੁਕਮਾਂ ਦੀ ਅਵੇਲਣਾ ਕਰੇ। ਬੀਤੇ ਦੌਰ 'ਚ ਜੇਕਰ ਕਾਂਗਰਸ ਦੀ ਸਰਕਾਰ ਹੀ ਆ, ਅਕਾਲੀ ਦਲ ਦੀ ਰਹੀ ਆ ਜਾਂ 6 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਹੀ ਆ, ਤੇ ਇਹਦੇ ਨਾਲ ਸੰਬੰਧਿਤ ਪੂਰਨ ਤੌਰ ਤੇ ਅਫਸਰਸ਼ਾਹੀ ਤੇ ਜ਼ਿੰਮੇਵਾਰ ਸੁਖਵਿੰਦਰ ਜੀ ਹੈ ਹੀ ਹੈ, ਪਰ ਅਫਸਰਸ਼ਾਹੀ ਨੂੰ ਨੱਥ ਕਿੰਨੇ ਪਾਉਣੀ ਆ, ਨਕੇਲ ਕਿੰਨੇ ਪਾਉਣੀ ਆ, ਇਹ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਜੀ। ਤਾਂ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਆ। ਤੇ ਜੇਕਰ ਇਸ ਵੇਲੇ ਪੰਜਾਬ ਦੇ ਵਿੱਚ ਪਾਣੀ ਥੱਲੇ ਜਾ ਰਿਹਾ, ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ, ਭਗਵੰਤ ਮਾਨ ਹੁਣੀ ਜਾ ਕੇ ਵੇਈ ਕਾਲੀ ਵੇਈ ਦਾ ਪਾਣੀ ਬਲਬੀਰ ਜਿਹੜੇ ਸੀਚੇਵਾਲ ਨੇ ਉਹਨਾਂ ਸਾਹਮਣੇ ਪੀ ਲੈਂਦੇ ਆ ਤੇ ਬਾਅਦ ਚ ਬਿਮਾਰ ਹੋ ਜਾਂਦੇ ਤੇ ਗੁੜਗਾਉਂ ਜਾ ਕੇ ਇਲਾਜ ਕਰਾਉਂਦੇ ਆ, ਤਾਂ ਸੁਖਵਿੰਦਰ ਜੀ ਕੁਦਰਤੀ ਤੌਰ ਤੇ ਫਿਰ ਇਹ ਜੋ ਜੁਰਮਾਨਾ ਹੋਇਆ ਇਹ ਹੋਣਾ ਚਾਹੀਦਾ ਸੀ ਕਿਉਂਕਿ ਵਾਤਾਵਰਨ ਵੇਖੋ, ਬਿਜਲੀ, ਪਾਣੀ ਤੇ ਸਾਫ਼ ਸੁਥਰਾ ਵਾਤਾਵਰਨ ਦੇਣਾ ਹਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ। ਹੁਣ ਜੇਕਰ ਐਨਜੀਟੀ ਨੇ ਇਹ ਚੀਜ਼ਾਂ ਇਹ ਗੱਲ ਕਹੀਆਂ ਨੇ ਕਿ ਤੁਹਾਡੀ ਰਿਸਪੌਂਸਿਬਿਲਿਟੀ ਲੋਕਾਂ ਨੂੰ ਇੱਕ ਸਾਫ਼ ਸੁਥਰਾ ਵਾਤਾਵਰਨ, ਪਾਣੀ, ਸ਼ੁੱਧ ਪਾਣੀ ਪੀਣ ਦੀ ਜ਼ਿੰਮੇਵਾਰੀ ਸਰਕਾਰ ਦੀ ਆ, ਤਾਂ ਸਰਕਾਰ ਜੇ ਉਸ ਮੁੱਦੇ ਤੇ ਫੇਲ ਹੀ ਹੋ ਜਾਂਦੀ ਆ, ਕੋਈ ਵੀ ਸਰਕਾਰ ਹੋਏ, ਤਾਂ ਕੁਦਰਤੀ ਤੌਰ ਤੇ ਫਿਰ ਜੁਰਮਾਨਾ ਤਾਂ ਹੋਣਾ ਚਾਹੀਦਾ। ਸਰਕਾਰ ਦਾ ਕੁਝ ਨਹੀਂ ਕਿਹਾ, ਇਹ ਜਿਹੜਾ 2000 ਕਰੋੜ ਜੁਰਮਾਨਾ ਦੇਣਾ ਇਹ ਤੁਹਾਡੇ ਕਰਕੇ ਜਿਹੜੇ ਲੋਕ ਟੈਕਸ ਭਰਦੇ ਆ ਉਹਨਾਂ ਦੀ ਜੇਬ ਦੇ ਵਿੱਚੋਂ ਜਾਣਾ, ਸਰਕਾਰ ਨੇ ਕਿਹੜਾ ਕੋਲੋਂ ਦੇਣਾ। ਹੁਣ ਇਹਨਾਂ ਨੂੰ ਕਾਹਦਾ ਦੁੱਖ ਲੱਗਣਾ? ਨਹੀਂ ਸੁਖਵਿੰਦਰ ਜੀ, ਬਿਲਕੁਲ ਸਹੀ ਗੱਲ ਆ। ਇਹ ਤਾਂ ਤੁਹਾਡੇ ਮੇਰੇ ਵਰਗੀਆਂ ਜੇਬਾਂ ਚੋਂ ਜਾਣਾ, ਸਰਕਾਰ ਹੋਰ ਵੀ ਜਿਹੜਾ ਲੋਨ ਲਏਗੀ, ਕਰਜ਼ਾ ਲਵੇਗੀ, ਇਹ ਸਰਕਾਰ ਤੇ ਇੱਕ ਹੋਰ ਵਿੱਤੀ ਬੋਝ ਜਿਹੜਾ ਪਏਗਾ। ਪਰ ਸੁਖਵਿੰਦਰ ਜੀ, ਇਹਦੇ ਨਾਲ ਜ਼ਰੂਰੀ ਆ ਕਿ ਸਰਕਾਰਾਂ ਆਪਣੀਆਂ ਜ਼ਿੰਮੇਵਾਰੀ ਨੂੰ ਪਛਾਣਨ। ਘੱਟ ਤੋਂ ਘੱਟ ਤੁਸੀਂ ਆਪਣੀਆਂ ਜੇਬਾਂ 1195 ਕਰੋੜ ਦਾ ਇਹਨਾਂ ਨੇ ਵਿਸ਼ਵ ਬੈਂਕ ਤੋਂ ਲੋਨ ਲਿਆ ਸੀ ਤੇ 2000 ਕਰੋੜ ਦਾ ਜੁਰਮਾਨਾ ਹੋ ਗਿਆ, ਤੇ ਫਿਰ ਇਹਦੇ ਵਿੱਚ ਖੱਟਿਆ ਕੀ? ਉਹ ਸੁਖਿੰਦਰ ਜੀ, ਖੱਟਣ ਖਟਾਉਣ ਵਾਲੀ ਗੱਲ ਨਹੀਂ ਹੁੰਦੀ। ਖੱਟਣ ਖਟਾਉਣ ਵਾਲੀ ਗੱਲ ਤਾਂ ਪਤਾ ਹੀ ਹੈ, ਜੋ ਖੱਟਣਾ ਉਹਨਾਂ ਨੇ ਖੱਟ ਲਿਆ। ਬੋਝ ਜਿਹੜਾ ਤੁਹਾਡੇ ਔਰ ਮੇਰੇ ਵਰਗੇ ਲੋਕਾਂ ਤੇ ਪੈਣਾ, ਤਰਾਸਦੀ ਸਾਡੇ ਔਰ ਮੇਰੇ ਵਰਗੇ ਜਨ ਸਧਾਰਨ ਲੋਕਾਂ ਦੀ ਆ ਕਿ ਜਿਨ੍ਹਾਂ ਨੇ ਟੈਕਸ ਦੀਆਂ ਤਨਖਾਹਾਂ ਚੋਂ ਜਾਂ ਫਿਰ ਵਿਧਾਇਕਾਂ ਜਾਂ ਮੰਤਰੀਆਂ ਦੀਆਂ ਤਨਖਾਹਾਂ ਦੇ ਵਿੱਚੋਂ ਇਹਨਾਂ ਤੋਂ ਵਸੂਲਿਆ ਜਾਣਾ ਚਾਹੀਦਾ ਹੈ, ਕਿਉਂਕਿ ਜ਼ਿੰਮੇਵਾਰੀ ਤਾਂ ਜਿਹੜੀ ਉਹ ਇਹਨਾਂ ਦੀ ਬਣਦੀ ਆ, ਸਰਕਾਰ ਚਲਾਉਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਚਲਾਉਣ ਵਾਲੇ ਇਹ ਆ। ਫਿਰ ਆਮ ਲੋਕਾਂ ਤੇ ਇਸ ਚੀਜ਼ ਦਾ ਬੋਝ ਕਿਉਂ ਪਵੇ? ਜਿਹੜੇ ਜੁਰਮਾਨੇ ਹੁੰਦੇ ਆ, ਫਿਰ ਜਿਹੜੇ ਤਨਖਾਹਾਂ ਲੈਂਦੇ ਆ ਸਰਕਾਰ ਚਲਾਉਣ ਦੀਆਂ, ਅਫਸਰਸ਼ਾਹੀ ਚਲਾਉਣ ਦੀਆਂ ਜਿਹੜੇ ਤਨਖਾਹਾਂ ਲੈਂਦੇ ਆ, ਉਹਨਾਂ ਤੋਂ ਜਿਹੜਾ ਇਹ ਮੈਨੂੰ ਲੱਗਦਾ ਇਹਨਾਂ ਦੀਆਂ ਜਾਇਦਾਦਾਂ ਦੀ ਕੁਰਕੀ ਕਰਕੇ ਜਿਹੜੇ ਸਾਰੇ ਜੁਰਮਾਨੇ ਭਰਨੇ ਚਾਹੀਦੇ ਆ। 2000 ਕਰੋੜ ਦਾ ਏਡਾ ਵੱਡਾ ਥੋੜਾ ਜੁਰਮਾਨਾ ਨਹੀਂ ਹੁੰਦਾ ਸਾਹਿਬ। ਚਲੋ ਆਪਾਂ ਅਗਲੀ ਖਬਰ ਦੀ ਗੱਲਬਾਤ ਆਪਾਂ ਕਰ ਲੈਂਦੇ ਆ।
ਇਹ ਪਹਿਲਾਂ ਤਾਂ ਖਬਰਾਂ ਆਈਆਂ ਕਿ ਡੀਸੀਪੀ ਕੁੱਟਤਾ ਜਲੰਧਰ ਦੇ ਵਿੱਚ ਇੱਕ ਐਮਐਲਏ ਨੇ, ਉਹ ਆਪਾਂ ਦਿਖਾਇਆ ਬੜੀ ਪ੍ਰਮੁਖਤਾ ਦੇ ਨਾਲ ਖਬਰ। ਹੁਣ ਪਤਾ ਲੱਗਿਆ ਕਿ ਫਰੀਦਕੋਟ ਤੋਂ ਵਿਧਾਇਕ ਜਿਹੜੇ ਗੁਰਦਿੱਤ ਸੇਖੋਂ ਨੇ, ਉਹਨਾਂ ਦੀ ਪਤਨੀ ਨੂੰ ਕਹਿੰਦੇ ਕਿ ਸਮਾਗਮ ਦੇ ਵਿੱਚ ਬੈਠਣ ਦੀ ਜਗ੍ਹਾ ਨਹੀਂ ਮਿਲੀ, ਜਿਹਦੇ ਕਰਕੇ ਉਹ ਨਾਰਾਜ਼ ਹੋ ਗਏ ਤੇ ਪਤਾ ਲੱਗਿਆ ਕਿ ਉੱਥੋਂ ਦੀ ਜਿਹੜੀ ਡੀਸੀ ਹੈ ਉਹਦੇ ਨਾਲ ਬਦਸਲੂਕੀ ਕੀਤੀ। ਕਹਿੰਦੇ ਡੀਸੀ ਸਾਹਿਬ ਰੋ ਵੀ ਪਏ ਤੇ ਇਹ ਮਾਮਲਾ ਜਿਹੜਾ ਆਈਏਐਸ ਲੌਬੀ ਤੱਕ ਪਹੁੰਚਿਆ ਤੇ ਹੁਣ ਕਾਫੀ ਜ਼ਿਆਦਾ ਇਹ ਤੂੰ ਫੜਦਾ ਨਜ਼ਰ ਆ ਰਿਹਾ ਹੈ। ਔਰ ਵੱਡੀ ਗੱਲ ਅਣਖੀ ਸਾਹਿਬ ਇਹਦੇ ਵਿੱਚ ਇਹ ਹੈ ਕਿ ਜਦੋਂ ਡੀਸੀ ਦੇ ਨਾਲ ਵਿਧਾਇਕ ਦੀ ਪਤਨੀ ਦੇ ਵੱਲੋਂ ਬਦਸਲੂਕੀ ਕੀਤੀ ਗਈ, ਉੱਥੇ ਇੱਕ ਮੰਤਰੀ ਤੇ ਕੁਝ ਵਿਧਾਇਕ ਤੇ ਕੁਝ ਵੱਡੇ ਅਫਸਰ ਵੀ ਉੱਥੇ ਜਿਹੜੇ ਆ ਉਹ ਮੌਜੂਦ ਸੀ, ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਦੂਜੇ ਪਾਸੇ ਮੁੱਖ ਮੰਤਰੀ ਇਹ ਗੱਲ ਕਹਿੰਦੇ ਆ ਭਗਵੰਤ ਸਿੰਘ ਮਾਨ ਕਿ ਸਰਕਾਰ ਦੇ ਕੰਮਾਂ ਦੇ ਵਿੱਚ ਜਾਂ ਫਿਰ ਵਿਧਾਇਕ ਜਾਂ ਮੰਤਰੀਆਂ ਦੇ ਕੰਮਾਂ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਜਾਂ ਫਿਰ ਪਰਿਵਾਰ ਦਖਲ ਨਾ ਦੇਣ, ਉਹ ਜਿਹੜੇ ਆ ਆਪਣੇ ਆਪ ਨੂੰ ਪਾਸੇ ਰੱਖਣ, ਆਪਣੇ ਪਰਿਵਾਰਕ ਮੈਂਬਰਾਂ ਨੂੰ ਪਾਸੇ ਰੱਖਣ। ਤੇ ਇੱਥੇ ਤਾਂ ਅਫਸਰਸ਼ਾਹੀ ਜਿਹੜੀ ਹੈ ਉਹ ਡਰਾਈ ਪਈ ਹੈ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ, ਰਿਸ਼ਤੇਦਾਰਾਂ ਨੇ। ਉਧਰ ਸ਼ੀਤਲ ਅੰਗਰਾਲ ਜਿਹੜੇ ਆ ਉਹਦੇ ਭਰਾ ਦੇ ਉੱਪਰ ਇੱਕ ਡਾਕਟਰ ਨੇ ਆਰੋਪ ਲਾਤੇ, ਕਹਿੰਦੇ ਜੀ ਇਹਨੇ ਮੇਰੇ ਤੇ ਆ ਕੇ ਦਬਾਅ ਪਾਇਆ ਪਰਚਾ ਬਣਵਾਉਣ ਦੇ ਲਈ। ਤਾਂ ਦੂਜੇ ਪਾਸੇ ਜਿਹੜਾ ਡੀਸੀਪੀ ਕੁੱਟਿਆ ਗਿਆ, ਉਹ ਡੀਸੀਪੀ ਕਹਿੰਦੇ ਤਾਂ ਕੁੱਟਿਆ ਕਿਉਂਕਿ ਉਹ ਐਮਐਲਏ ਦੇ ਸਾਹਿਬ ਦੇ ਰਿਸ਼ਤੇਦਾਰਾਂ ਦੇ ਨਾਲ ਪੰਗਾ ਲੈ ਰਿਹਾ ਸੀਗਾ। ਤੇ ਇੱਥੇ ਫੇਰ ਉਹਦੀ ਪਤਨੀ ਨੇ, ਵਿਧਾਇਕ ਦੀ ਪਤਨੀ ਨੇ ਫੇਰ ਜਾ ਕੇ ਬਦਸਲੂਕੀ ਕਰ ਦਿੱਤੀ। ਇਹਨਾਂ ਨੂੰ ਮੈਨੂੰ ਲੱਗਦਾ ਸਬਕ ਨਹੀਂ ਆਇਆ ਹਾਲੇ, ਜਾਂ ਫਿਰ ਮੁੱਖ ਮੰਤਰੀ ਦੀ ਇਹ ਗੱਲ ਮੰਨਦੇ ਨਹੀਂ, ਜਾਂ ਫਿਰ ਮੁੱਖ ਮੰਤਰੀ ਨੂੰ ਸੀਰੀਅਸ ਨਹੀਂ ਲੈਂਦੇ, ਔਰ ਜਾਂ ਫਿਰ ਇਹਨਾਂ ਨੇ ਪਿਛਲੀਆਂ ਸਰਕਾਰਾਂ ਤੋਂ ਸਿੱਖਿਆ ਨਹੀਂਗਾ ਕਿ ਕਿਵੇਂ ਭਾਣਜਿਆਂ ਨੇ ਮਾਮੇ ਫਸਾਏ ਆ, ਕਿਵੇਂ ਮਾਸੜਾਂ ਨੂੰ ਫਸਾਇਆ ਭਾਣਜਿਆਂ ਨੇ, ਸਰਕਾਰਾਂ ਨੂੰ ਚੰਨੀ ਨੇ ਕਿਵੇਂ ਫਸਾਇਆ। ਇਹ ਸਾਰੀਆਂ ਗੱਲਾਂ, ਇਹ ਚੱਕਰ ਕੀ ਹੈ? ਭਗਵੰਤ ਮਾਨ ਦਾ ਕੰਟਰੋਲ ਹੈ ਨਹੀਂ ਜਾਂ ਫਿਰ ਚੱਕਰ ਕੀ ਹੈ? ਸੁਖਵਿੰਦਰ ਜੀ, ਕੰਟਰੋਲ ਵਾਲੀ ਗੱਲ ਉਹ ਤਾਂ ਸਾਰਿਆਂ ਨੂੰ ਪਤਾ ਕਿ ਕੰਟਰੋਲ ਕਿਹਦਾ ਹੈਗਾ ਤੇ ਕਿਹਦਾ ਨਹੀਂ। ਕੁਲਦੀਪ ਸਿੰਘ ਧਾਲੀਵਾਲ ਦਾ ਅੱਜ ਤੋਂ 10 ਕੁ ਦਿਨ ਪਹਿਲਾਂ ਬਿਆਨ ਆਇਆ, ਜਿਹੜੇ ਪੇਂਡੂ ਪੰਚਾਇਤ ਮੰਤਰੀ ਸੀ, ਉਹਨਾਂ ਨੇ ਇੰਨੀ ਗੱਲ ਕਹੀ ਕਿ ਜਿਹੜੇ ਪਿੰਡਾਂ ਦੇ ਸਰਪੰਚ, ਜਿਹੜੇ ਸਰਪੰਚ ਨੇ, ਜੇਕਰ ਔਰਤ ਸਰਪੰਚ ਆ, ਮਹਿਲਾ ਸਰਪੰਚ ਆ, ਤੇ ਕਈ ਥਾਵਾਂ ਤੇ ਬੀਤੇ ਸਮੇਂ ਦੇ ਵਿੱਚ ਉਹਨਾਂ ਦੇ ਘਰ ਵਾਲੇ ਜਾ ਕੇ ਕਹਿ ਦਿੰਦੇ ਰਹੇ ਆ ਕਿ ਅਸੀਂ ਸਰਪੰਚ ਆ, ਇਦਾਂ ਦਾ ਰੁਝਾਨ ਜਿਹੜਾ ਉਹ ਬੰਦ ਹੋਏਗਾ, ਅਸੀਂ ਇਦਾਂ ਦਾ ਰੁਝਾਨ ਸਾਡੀ ਸਰਕਾਰ 'ਚ ਚੱਲੇਗਾ ਨਹੀਂ, ਜੇ ਮਹਿਲਾ ਸਰਪੰਚ ਆ ਉਹ ਹੀ ਨੁਮਾਇੰਦਗੀ ਕਰੇਗੀ। ਬਹੁਤ ਸੋਹਣੇ ਬਿਆਨ ਦੀ ਪ੍ਰੋੜਤਾ ਸ਼ਲਾਘਾ ਕਰਨੀ ਬਣਦੀ ਹੀ, ਹਾਂ ਵਾਕਿਆ ਭਈ ਕਿ ਇਸ ਤਰ੍ਹਾਂ ਦਾ ਕੰਮ ਹੋਣਾ ਚਾਹੀਦਾ। ਤੇ ਸੁਖਵਿੰਦਰ ਜੀ, ਇਹਦੇ ਨਾਲ ਹੀ ਨਾਲ ਤੁਹਾਡੇ ਪ੍ਰਸ਼ਨ ਦਾ ਮੈਂ ਜਵਾਬ ਬਾਅਦ ਚ ਦਿੰਦਾ। ਤੁਸੀਂ ਕਹਿੰਦੇ ਕਿ ਸਰਕਾਰਾਂ ਕੋ ਸਿੱਖਿਆ ਨੇ, ਸਰਕਾਰਾਂ ਕੋ ਸਿੱਖ ਲਿਆ। ਭਾਰਤ ਭੂਸ਼ਣ ਆਸ਼ੂ ਜਦੋਂ ਮੰਤਰੀ ਸੀ ਤੇ ਇੱਕ ਡੀਓ ਆਈ ਤੇ ਡੀਓ ਨੂੰ ਜਿਸ ਤਰੀਕੇ ਨਾਲ ਦਬਕੇ ਮਾਰੇ, ਉਸ ਵਕਤ ਤਾਂ ਸਾਰੇ ਲੋਕਾਂ ਨੇ ਉਸਦੀ ਨਖੇਦੀ ਕੀਤੀ ਕਿ ਹਾਂ ਵੀ ਮਹਿਲਾ ਨੂੰ ਇਹ ਬਣੀ। ਚਲੋ ਉਹ ਵੀ ਗੱਲ ਟਾਲਰੇਟ ਹੋ ਸਕਦੀ ਸੀ, ਮੰਤਰੀ ਹੀ, ਮੰਤਰੀ ਨੂੰ ਬਹੁਤ ਅਧਿਕਾਰ ਹੁੰਦਾ ਸੁਖਵਿੰਦਰ ਜੀ, ਮੰਤਰੀ ਰੱਬ ਹੁੰਦੇ ਨੇ, ਮੰਤਰੀ ਕਹਿ ਸਕਦੇ ਆ। ਤੇ ਪਰ ਹੁਣ ਜੇਕਰ ਦੂਜੇ ਪਾਸੇ ਹੁਣ ਵਿਧਾਇਕ ਦੀ ਘਰ ਦੀ ਜਾ ਕੇ ਦਬਕੇ ਮਾਰੇ ਇੱਕ ਡਿਪਟੀ ਕਮਿਸ਼ਨਰ ਨੂੰ, ਉਹ ਡਿਪਟੀ ਕਮਿਸ਼ਨਰ ਨੂੰ ਕਿ ਜਿਸ ਨੇ ਇੱਕ ਆਈਏਐਸ ਦਾ ਇਮਤਿਹਾਨ ਪਾਸ ਕੀਤਾ, ਤੇ ਆਈਏਐਸ ਅਫਸਰ ਬਣਨ ਵਾਸਤੇ ਸੁਖਵਿੰਦਰ ਜੀ ਬੰਦੇ ਦੀ ਸਖਤ ਮਿਹਨਤ ਲੱਗਦੀ ਆ, ਔਰ ਬੰਦਾ ਬੜਾ ਚਿਰ ਉਸ ਪੋਸਟ ਤੱਕ ਪਹੁੰਚਣ ਲੱਗਿਆ, ਬੰਦੇ ਨੂੰ ਸਾਰੀਆਂ ਉਮਰਾਂ ਲੱਗ ਜਾਂਦੀਆਂ ਨੇ, ਫਿਰ ਵੀ ਇਹ ਸਾਰੀਆਂ ਬਿਲ ਪ੍ਰਾਪਤ ਨਹੀਂ ਕਰ ਪਾਉਂਦੇ, ਸਾਰੀਆਂ ਉਮਰਾਂ ਲੰਘ ਜਾਂਦੀਆਂ। ਤੇ ਬੰਦੇ ਦਾ ਇੱਕ ਆਈਡੀਅਲ ਸੁਪਨਾ ਹੁੰਦਾ, ਇੱਕ ਵਿਧਾਇਕ ਜਿਹੜਾ ਆ, ਇੱਕ ਆਈਏਐਸ ਤਾਂ ਵਿਧਾਇਕ ਬਣ ਸਕਦਾ, ਇੱਕ ਵਿਧਾਇਕ ਕਦੇ ਆਈਏਐਸ ਅਫਸਰ ਜਿਹੜਾ ਕਦੇ ਨਹੀਂ ਬਣ ਸਕਦਾ। ਤੇ ਕੱਲ ਤੁਸੀਂ ਦੇਖੋ ਕਿ ਇੱਕ ਗੁਰਦਿੱਤ ਸੇਖੋਂ ਦੀ ਪਤਨੀ ਜਿਹੜੀ ਆ, ਉਹ ਸਿਰਫ ਇਸ ਕਰਕੇ ਨਾਰਾਜ਼ ਹੋ ਗਈ ਕਿ ਉਹਦੇ ਨਾਲ ਜਿਹੜੇ 10 ਬੰਦੇ ਗਏ ਸੀ ਉਹਨਾਂ ਨੂੰ ਵੀਵੀਆਈਪੀ ਟ੍ਰੀਟਮੈਂਟ ਨਹੀਂ ਦਿੱਤੀ ਗਈ। ਪ੍ਰੋਟੋਕੋਲ ਦੇ ਅਨੁਸਾਰ ਜਿਹੜਾ ਉਹ ਫੰਕਸ਼ਨ ਸੀ ਉਹਦੇ ਵਿੱਚ ਵਿਧਾਇਕ ਦੀ ਪਤਨੀ ਵਾਸਤੇ ਤਾਂ ਸੀਟ ਅਗਲਿਆਂ ਨੇ ਰੱਖੀ ਸੀ, ਪਰ ਪਤਨੀ ਇਸ ਕਰਕੇ ਨਾਰਾਜ਼ ਹੋ ਗਈ ਕਿ ਜਿਹੜੇ ਉਹਨਾਂ ਦੇ ਨਾਲ 10 ਜਣੇ ਆਏ ਸੀ ਉਹਨਾਂ ਨੂੰ ਵੀਵੀਆਈਪੀ ਟ੍ਰੀਟਮੈਂਟ ਨਹੀਂ ਦਿੱਤੀ ਗਈ। ਸੁਖਵਿੰਦਰ ਜੀ, ਬੜੀ ਹੈਰਾਨਗੀ ਦੀ ਗੱਲ ਆ ਕਿ ਆਮ ਆਦਮੀ ਪਾਰਟੀ ਉਹ ਜਿਹੜੀ ਕਹਿੰਦੀ ਆ ਕਿ ਅਸੀਂ ਪੰਜਾਬ ਦੇ ਵਿੱਚ ਵੀਵੀਆਈਪੀ ਜਾਂ ਵੀਆਈਪੀ ਕਲਚਰ ਜਿਹੜਾ ਖਤਮ ਕਰਨਾ ਤੇ ਖਤਮ ਕਰ ਦਿੱਤਾ, ਤੇ ਦੂਜੇ ਪਾਸੇ ਜੇਕਰ ਇੱਕ ਵਿਧਾਇਕ ਦਾ ਮੁੰਡਾ ਜਾ ਕੇ ਇਸ ਗੱਲ ਨੂੰ ਲਾਇਸੈਂਸ ਨਹੀਂ ਵਿਖਾਉਂਦਾ, ਥਾਣੇਦਾਰ ਨੂੰ ਕਹਿੰਦਾ ਕਿ ਮੈਂ ਵਿਧਾਇਕ ਦਾ ਮੁੰਡਾ ਤਾਂ ਤੂੰ ਮੇਰਾ ਚਲਾਨ ਨਹੀਂ ਕੱਟ ਸਕਦਾ, ਦੂਜੇ ਪਾਸੇ ਇੱਕ ਵਿਧਾਇਕ ਦੀ ਪਤਨੀ ਇਹ ਕਹਿੰਦੀ ਕਿ ਮੇਰੇ ਨਾਲ ਜਿਹੜੀਆਂ ਸਹੇਲੀਆਂ ਆਈਆਂ ਨੇ ਇਹਨਾਂ ਨੂੰ ਬਰਾਬਰ ਦੀ ਕੁਰਸੀ ਨਹੀਂ ਦਿੱਤੀ, ਤਾਂ ਸੁਖਵਿੰਦਰ ਜੀ ਫਿਰ ਦੁਰਲਾਹਨਤ ਇਹੋ ਜਿਹੀ ਸਰਕਾਰ ਦੇ ਉੱਤੇ ਕਿ ਜਿਹੜੀ ਕਹਿੰਦੀ ਕੁਝ ਆ ਤੇ ਕਰਦੀ ਕੁਝ ਆ। ਮੈਨੂੰ ਉਹ ਵੀ ਗੱਲ ਯਾਦ ਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਦੋਂ ਪਹਿਲੀ ਵਾਰੀ ਸਰਕਾਰ ਬਣੀ ਤੇ ਆਪਣੀ ਛੋਟੀ ਜੀ ਆਲਟੋ ਗੱਡੀ ਜਾਂ ਵੈਗਨਾਰ ਗੱਡੀ 'ਚ ਘੁੰਮਦੇ ਹੁੰਦੇ ਸੀ ਨੀਲੇ ਰੰਗ ਦੀ, ਹੁਣ ਉਹ ਵੀ ਹਵਾਈ ਜਹਾਜ਼ ਦਾ ਸਫ਼ਰ ਕਰਦੇ ਆ। ਸੁਖਵਿੰਦਰ ਜੀ, ਇਹ ਕਲੀਅਰ ਆ ਕਿ ਕੋਈ ਵੀ ਪਾਰਟੀ ਆ ਜੇ,
ਉਹਨਾਂ ਚਿਰ ਤੱਕ ਉਹ ਲੋਕਾਂ ਦੇ ਹੱਕਾਂ ਹਿੱਤਾਂ ਦੀ ਗੱਲ ਕਰੂਗੀ ਜਿੰਨਾ ਚਿਰ ਤੱਕ ਉਹ ਵਿਰੋਧੀ ਧਿਰ 'ਚ ਆ। ਤੇ ਜਦੋਂ ਉਹ ਵਿਰੋਧੀ ਧਿਰ ਤੋਂ ਸੱਤਾਧਰ 'ਚ ਪਰਿਵਰਤਿਤ ਹੁੰਦੀ ਆ ਫਿਰ ਵੀ ਇਹ ਟ੍ਰੀਟਮੈਂਟ ਭਾਲਦੀ ਆ। ਤਾਂ ਗੁਰਤੇਜ ਸੇਖੋਂ ਦੀ ਜਿਹੜੀ ਪਤਨੀ ਆ, ਜਿਸ ਤਰੀਕੇ ਨਾਲ ਉਹਦਾ ਕੱਲ ਦਾ ਪ੍ਰਦਰਸ਼ਨ ਰਿਹਾ, ਉਹ ਡੀਸੀ ਅੱਖਾਂ 'ਚ ਅੱਥਰੂ ਲੈ ਕੇ ਉਹ ਚਲੇ ਗਏ, ਉਹ ਵੀ ਸਮਾਗਮ ਛੱਡ ਕੇ, ਔਰ ਉੱਥੇ ਜਿਹੜੇ ਮੰਤਰੀ ਸਨ ਉਹ ਵੀ ਉੱਥੇ ਮੌਜੂਦ ਸਨ, ਤਾਂ ਕਿਸੇ ਨੇ ਵੀ ਉੱਥੇ ਡੱਕਣ ਦੀ ਲੋੜ ਜਿਹੜੀ ਮਹਿਸੂਸ ਨਹੀਂ ਕੀਤੀ। ਇਸ ਤੋਂ ਵੱਡੀ ਹੋਰ ਲਾਹਨਤ ਜਿਹੜੀ ਆ ਇਹੋ ਜਿਹੇ ਲੋਕਾਂ ਤੇ ਕੀ ਹੋ ਸਕਦੀ ਆ ਕਿ ਤੁਸੀਂ ਇੱਕ IAS ਅਫਸਰ ਨੂੰ ਸਿਰਫ ਮੰਤਰੀ ਦਾ ਹੁਕਮ ਨਾ ਮੰਨਣ ਦੇ ਕਰਕੇ ਵਿਧਾਇਕ ਤੇ ਕੋਈ ਕਾਰਵਾਈ ਵੀ ਹੋਣੀ ਚਾਹੀਦੀ ਹੈ, ਕਿਉਂਕਿ ਸਾਫ਼ ਤੌਰ ਤੇ ਮੁੱਖ ਮੰਤਰੀ ਨੇ ਗੱਲ ਕਹੀ ਸੀ ਕਿ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ, ਰਿਸ਼ਤੇਦਾਰਾਂ ਨੂੰ ਆਪਣੇ ਦਫ਼ਤਰਾਂ ਤੋਂ, ਆਪਣੇ ਕੰਮਕਾਜਾਂ ਤੋਂ ਜਿਹੜਾ ਉਹ ਦੂਰ ਰੱਖੋ। ਔਰ ਦੂਜੇ ਪਾਸੇ ਇੱਕ ਇੰਨੀ ਮਿਹਨਤ ਕਰਕੇ ਬਣੀ ਇੱਕ IAS ਦੀ ਬੇਇੱਜ਼ਤੀ ਜਿਹੜੀ ਆ ਇੱਕ ਲੇਡੀ ਦੇ ਵੱਲੋਂ ਇਸ ਕਰਕੇ ਕਰ ਦਿੱਤੀ ਗਈ ਜਿਹਦੀ ਸਿਰਫ ਪ੍ਰਾਪਤੀ ਇੰਨੀ ਹੈ ਕਿ ਜਿਹੜਾ ਲੋਕਾਂ ਦੁਆਰਾ ਚੁਣਿਆ ਗਿਆ ਵਿਧਾਇਕ ਹੈ, ਅੱਗੋਂ ਲੋਕਾਂ ਦੁਆਰਾ ਚੁਣਿਆ ਹੋਇਆ ਵਿਧਾਇਕ ਹੈ ਜਿਹੜਾ, ਉਹਦੀ ਸਿਰਫ ਉਹ ਪਤਨੀ ਹੈ। ਇਸ ਕਰਕੇ ਇੱਕ ਪੜ੍ਹੀ ਲਿਖੀ IAS ਦੀ ਜਿਹੜੀ ਆ ਉਹਨੇ ਬੇਇੱਜ਼ਤੀ ਕਰ ਦਿੱਤੀ। ਔਰ ਇਸ ਦੇ ਚੱਲਦਿਆਂ ਵਿਧਾਇਕ ਦੇ ਉੱਪਰ, ਵਿਧਾਇਕ ਦੀ ਪਤਨੀ ਉੱਪਰ ਜਿਹੜੀ ਉਹ ਕਾਰਵਾਈ ਵੀ ਹੋਣੀ ਚਾਹੀਦੀ ਹੈ। ਔਰ ਸਾਫ਼ ਤੌਰ ਤੇ ਇਹ ਹੈ ਕਿ ਮੁੱਖ ਮੰਤਰੀ ਦਾ ਕੰਟਰੋਲ ਨਹੀਂ ਆਪਣੇ ਵਿਧਾਇਕਾਂ ਦੇ ਉੱਪਰ। ਸੁਖਵਿੰਦਰ ਜੀ, ਇਹਦੇ 'ਚ ਤਾਂ ਦੋ ਰਾਵਾਂ ਰਹਿ ਹੀ ਨਹੀਂ ਜਾਂਦੀਆਂ ਕਿ ਮੁੱਖ ਮੰਤਰੀ ਦਾ ਜੇਕਰ ਕੰਟਰੋਲ ਹੁੰਦਾ ਤਾਂ ਪੰਜਾਬ ਦੇ ਵਿੱਚ ਇੰਨੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਨੇ, ਚਾਹੇ ਚੇਤਨ ਸਿੰਘ ਚੌੜੇ ਮਾਜਰੇ ਦੀ ਹੋਵੇ, ਚਾਹੇ ਬੀਤੇ ਦੌਰ ਦੇ ਵਿੱਚ ਜਿਹੜਾ ਆਪਣੇ ਜਿਹੜੇ ਫੌਜਾ ਸਿੰਘ ਸਰਾਰੀ ਦਾ ਮੁੱਦਾ ਹੋਵੇ, ਜਾਂ ਕਈ ਮੁੱਦੇ ਇਹੋ ਜਿਹੇ ਆਏ ਨੇ ਕਿ ਜਿੱਥੇ ਮੁੱਖ ਮੰਤਰੀ ਬਿਲਕੁਲ ਅਸੀਂ ਕਹਿ ਸਕਦੇ ਕਿ ਸਾਇਲੈਂਟ ਜਾਂ ਵਕਤ ਨੂੰ ਟਪਾਉਂਦੇ ਨਜ਼ਰ ਆਏ ਨੇ। ਤਾਂ ਇਹੋ ਜਿਹੇ ਮਾਹੌਲ ਦੇ ਵਿੱਚ ਸਾਫ਼ ਤੇ ਕਲੀਅਰ ਆ, ਸਪਸ਼ਟ ਗੱਲ ਆ ਕਿ ਉਹ ਇਸ ਟਾਈਮ ਨੂੰ ਕੱਢ ਰਹੇ ਆ। ਜਾਂ ਤਾਂ ਮੁੱਖ ਮੰਤਰੀ ਤਾਂ ਆਪ BMW ਵਾਲੇ ਮਾਮਲੇ 'ਚ, ਲੁਫਤਾਂਸਾ ਵਾਲੇ ਮਾਮਲੇ ਦੇ ਵਿੱਚ, ਸ਼ਰਾਬ ਵਾਲੇ ਮਸਲੇ ਦੇ ਵਿੱਚ ਜਿਹੜਾ ਉਹਨਾਂ ਨੂੰ ਉਤਾਰਿਆ ਗਿਆ, ਮੁੱਖ ਮੰਤਰੀ ਦੇ ਆਪਣੇ ਜਿਹੜੇ ਆ ਉਹ ਮਸਲੇ ਨੂੰ ਸੁਲਝੇ, ਉਹਨਾਂ ਨੇ ਇਹਨਾਂ ਦੇ ਕੀ ਮਸਲੇ ਨੂੰ ਸੁਲਝਾਉਣੇ ਆ, ਮੈਨੂੰ ਲੱਗਦਾ। ਸੁਖਵਿੰਦਰ ਜੀ, ਗੱਲ ਇਹ ਹੁੰਦੀ ਕਿ ਜੇਕਰ ਅਸੀਂ ਮਸਲੇ ਸੁਲਝਾਉਣੇ ਆ, ਜੇਕਰ ਅਸੀਂ ਵਾਕਿਆ ਹੀ ਮੁੱਖ ਮੰਤਰੀ ਆ, ਤਾਂ ਫਿਰ ਮੈਨੂੰ ਆਪਣੇ ਉਸ ਅਕਸ ਨੂੰ ਪੂਰਨ ਤੌਰ ਤੇ ਇਹੋ ਜਿਹਾ ਰੂਪ 'ਚ ਸਥਾਪਿਤ ਕਰਨਾ ਪਏਗਾ ਕਿ ਮੇਰੇ ਤੇ ਕੋਈ ਬੰਦਾ ਉਂਗਲ ਨਾ ਚੁੱਕ ਸਕੇ। ਤੇ ਜਦੋਂ ਮੈਂ ਹਰ ਮੁੱਦੇ ਦੇ ਉੱਤੇ ਕੋਈ ਗੱਲ ਕਰਦਾ ਤੇ ਦੂਜੇ ਪਾਸੇ ਮੈਂ ਵਾਪਸ ਆ ਜਾਣਾ, ਤੇ ਕੁਦਰਤੀ ਤੌਰ ਤੇ ਮੈਂ ਫਿਰ ਆਪਣੇ ਹੇਠਲੇ ਬੰਦਿਆਂ ਨੂੰ ਕੀ ਕਹਿ ਸਕਾਂਗਾ। ਤਾਂ ਇਹ ਉਹਦੀ ਅਸਮਰੱਥਾ ਆ ਜਾਂ ਅਨੁਭਵਹੀਨਤਾ ਦੀ ਗੱਲ ਹੈ ਜਿਹੜੀ ਅਸੀਂ ਗੱਲ ਕਰਦੇ ਹੁੰਦੇ ਕਿ ਸ਼ਾਇਦ ਭਗਵੰਤ ਮਾਨ ਅਜੇ ਤੱਕ ਇਹ ਗੱਲ ਨੂੰ ਫੋਲੋ ਹੀ ਨਹੀਂ ਕਰ ਸਕੇ, ਉਹ ਸਮਝ ਨਹੀਂ ਸਕੇ ਕਿ ਮੈਂ ਰਾਜ ਦਾ ਮੁੱਖ ਮੰਤਰੀ ਆ ਤੇ ਮੇਰਾ ਇੱਕ ਅਕਸ ਜਿਹੜਾ ਹੁਣ ਇਹੋ ਜਿਹਾ ਕਿ ਜਿਹੜਾ ਲੋਕਾਂ ਵਾਸਤੇ ਇੱਕ ਆਈਡੀਅਲ ਬਣੇ। ਵੇਖੋ, ਮੈਂ ਲੋਕਾਂ ਨੂੰ ਤਾਂ ਹੀ ਕਹਿ ਸਕਾਂਗਾ, ਮੈਂ ਆਪਣੇ ਵਿਦਿਆਰਥੀਆਂ ਨੂੰ ਤਾਂ ਹੀ ਕਹਿ ਸਕਾਂਗਾ ਟਾਈਮ ਸਿਰ ਕੱਖਾ ਕਲਾਸ 'ਚ ਆਉਣਾ ਤੇ ਜੇਕਰ ਮੈਂ 5 ਮਿੰਟ ਪਹਿਲਾਂ ਕਲਾਸ ਦੇ ਵਿੱਚ ਮੌਜੂਦ ਹੋਵਾਂ। ਤੇ ਜੇਕਰ ਮੈਂ ਆਪ ਹੀ ਉਹੋ ਜਿਹੇ ਕੰਮ ਕਰਦੇ ਆ ਤਾਂ ਸੁਖਵਿੰਦਰ ਜੀ ਫਿਰ ਮੇਰੇ ਥੱਲੜਿਆਂ ਨੂੰ ਵੀ ਕਰਦੇ ਆ। ਤਾਂ ਗੁਰਤੇਜ ਸੇਖੋਂ ਦੀ ਪਤਨੀ ਨੂੰ ਇਹ ਜ਼ਰੂਰ ਚਾਹੀਦਾ ਕਿ ਘੱਟ ਤੋਂ ਘੱਟ ਇੱਕ IAS ਅਫਸਰ ਦੇ ਨਾਲ ਦੁਰਵਿਹਾਰ ਕਰਨ ਤੋਂ ਪਹਿਲਾਂ ਉਹਦੀ ਸਥਿਤੀ ਤੇ ਆਪਣੀ ਸਥਿਤੀ ਨੂੰ ਜ਼ਰੂਰ ਪਛਾਣ ਲੈਂਦੇ। ਬਾਕੀ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਸ ਘਟਨਾ ਦਾ ਨੋਟਿਸ ਲੈਂਦੇ ਆ। ਘੱਟ ਤੋਂ ਘੱਟ ਅਸਤੀਫਾ ਤਾਂ ਉਹ ਲੈ ਨਹੀਂ ਸਕਦੇ, ਪਰ ਘੱਟ ਤੋਂ ਘੱਟ ਤਾੜਨਾ ਜਿਹੜੀ ਆ ਉਹ ਸਖਤ ਜ਼ਰੂਰ ਕਰਨ, ਤਾਂ ਜੋ ਕਿਸੇ ਵੀ ਤਾਂ ਜੋ IAS ਅਫਸਰਾਂ ਦਾ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਵਿਹਾਰ ਆ ਉਹਨਾਂ ਨਾਲ ਵਰਤਾਰਾ ਜਿਹੜਾ ਹੈਗਾ ਤਾਂ ਆਮ ਲੋਕਾਂ ਦੇ ਨਾਲ, ਇਹ ਵਿਧਾਇਕਾਂ ਦਾ ਜਾਂ ਇਹਨਾਂ ਦੇ ਪਰਿਵਾਰਾਂ ਦਾ ਕੀ ਵਰਤਾਰਾ ਹੋਊਗਾ ਉਹ ਸਹਿਜ ਹੀ ਅੰਦਾਜ਼ਾ ਜਿਹੜਾ ਉਹ ਲਾਇਆ ਜਾ ਸਕਦਾ। ਔਰ ਉਮੀਦ ਕਰਦੇ ਆ ਕਿ ਮੁੱਖ ਮੰਤਰੀ ਇਸ ਚੀਜ਼ ਦਾ ਨੋਟਿਸ ਜਿਹੜਾ ਉਹ ਲੈਣਗੇ, ਵਿਧਾਇਕ ਨੂੰ ਤਾੜਨਾ ਕਰਨਗੇ ਤਾਂ ਜੋ ਹੋਰ ਵਿਧਾਇਕ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਅਜਿਹੀ ਕਰਨ ਦੀ ਜਿਹੜੀ ਉਹ ਹਿੰਮਤ ਨਾ ਪਵੇ। ਹੁਣ ਦੇਖਣਾ ਇਹ ਆ ਕਿ ਉਹ ਨੋਟਿਸ ਲੈਂਦੇ ਆ ਜਾਂ ਫਿਰ ਇਹ ਵਰਤਾਰਾ ਜਿਹੜਾ ਉਹ ਏਦਾਂ ਹੀ ਚੱਲਦਾ ਰਹੂਗਾ। ਇਹ ਗੱਲ ਜਿਹੜੀ ਆ ਉਹ ਦੇਖਣ ਵਾਲੀ ਹੋਊਗੀ। ਤਾਂ ਅਣਖ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗਈ ਵਿਚਾਰ ਚਰਚਾ ਜਿਹੜੀ ਆ ਉਹ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।